गुड मॉर्निंग स्टूडेंट्स टूडेज वी स्टार्ट न्यू चैप्टर्स कलैक्शन ऑफ डाटा। ठीक है, कलैक्शन ऑफ डाटा न्यू चैप्टर स्टार्ट करने तो पहला प्रीवियस चैप्टर ਦੇ ਵਿੱਚ ਆਪਾਂ ਕੀ ਪੜਿਆ ਸੀਗਾ, ਸਟੈਟਿਕਸ ਬਾਰੇ ਪੜਿਆ ਸੀ ਸਾਰਾ, ਹੈ ਨਾ, ਕਿ ਆਲ ਸਟੈਟਿਕਸ ਆ ਡਾਟਾ, ਕਿ ਜਿੰਨਾ ਵੀ ਸਟੈਟਿਕ ਦੇ ਅੰਡਰ ਜਿਹੜਾ ਵੀ ਆਉਂਦਾ ਹੈ ਡਾਟਾ, ਜਿੰਨਾ ਵੀ ਆਪਣੇ ਕੋਲ ਨੂਮੈਰੀਕਲ ਫਾਰਮ ਦੇ ਵਿੱਚ ਜਿਹੜਾ ਵੀ ਡਾਟਾ ਹੁੰਦਾ ਸਾਰਾ ਡਾਟਾ ਹੁੰਦਾ ਹੈ, ਬਟ ਆਲ ਡਾਟਾ ਇਜ਼ ਨਾਟ ਸਟੈਟਿਕਸ। ਕਲੀਅਰ ਸੀ। ਹੁਣ ਜਿਹੜੇ ਬੱਚੇ ਪੜ੍ਹਦੇ ਨੇ ਜਾਂ ਜਿਨ੍ਹਾਂ ਨੇ ਸਾਰੇ ਵੀਡੀਓਜ਼ ਧਿਆਨ ਨਾਲ ਦੇਖਿਆ ਨੇ, ਹੁਣ ਉਹਨਾਂ ਦੇ ਮਾਈਂਡ ਵਿੱਚ ਕੁਐਸਚਨ ਆ ਰਿਹਾ ਹੋਏਗਾ ਕਿ ਡਾਟਾ ਕਿੱਥੋਂ ਆਉਂਦਾ ਹੈ, कौन लैके आंदा है, किवें आंदा है ना। अभी तक कहता कि स्टैटिक्स के अंदर सारा डाटा होंदा है, न्यूमेरिकल फॉर्म दे विच होंदा है, फिर वो कौन लैके आंदा है, किवें आंदा है ना, डाटा कित्थों आंदा है, अपने माइंड विच क्वेश्चन अराइज होंदे ने। उन्हां सारे क्वेश्चनस दे जवाब ने इस चैप्टर दे विच, ये चैप्टर ते नैक्सट चैप्टर दोवां दे विच। ठीक है, कलैक्शन ऑफ डाटा, इहदे च आपां पढ़ांगे कि डाटा किवें कलैक्ट होंदा है, कित्थों होंदा है, ठीक है, ते कौन करदा है। तिन्ने क्वेश्चनस दे ਜਿਹੜੇ क्वेश्चनस दे आंसर मिलणगे इस चैप्टर्स दे विच। क्लीयर। उस तो हाँ जी, उस तो बाद ਆਪਾਂ ਪੜ੍ਹਿਆ ਸੀਗਾ ਵੀ ਸਟੈਟਿਕਸ ਇਨ ਪਲੂਅਰ ਸਾਇੰਸ ਦੇ ਵਿੱਚ ਆਪਾਂ ਪੜ੍ਹ ਲਿਆ ਸੀਗਾ। ਠੀਕ ਹੈ, ਕਿ ਹੁਣ ਲਾਸਟ ਚੈਪਟਰ ਦੇ ਵਿੱਚ, ਲੇਕਿਨ ਹੁਣ ਆਪਾਂ ਇੱਕ ਉਹ ਵੀ ਪੜ੍ਹਿਆ ਸੀਗਾ ਸਟੈਟਿਕ ਇਨ ਪਲੂਅਰ ਸਾਇੰਸ ਦੇ ਵਿੱਚ ਮੈਥਡ ਆਉਂਦੇ ਸਾਰੇ। ਆਪਾਂ ਪੜ੍ਹਿਆ ਸੀ ਨਾ ਕਿ ਸਟੈਟਿਕਸ ਦੇ ਅੰਦਰ ਦੋ ਮੈਥਡ ਆਉਂਦੇ ਸੀਗੇ, ਇੱਕ ਪਲੂਅਰ ਸਾਇੰਸ ਦੇ ਵਿੱਚ ਹੁੰਦਾ ਸਟੈਟਿਕਸ, ਇੱਕ ਹੁੰਦਾ ਸਿੰਗੂਲਰ ਸਾਇੰਸ ਦੇ ਵਿੱਚ। ਪਲੂਅਰ ਸਾਇੰਸ ਦੇ ਵਿੱਚ ਆਪਾਂ ਸਾਰਾ ਪੜ੍ਹ ਲਿਆ, ਫੰਕਸ਼ਨਸ ਕਰ ਲਏ, ਇੰਪੋਰਟੈਂਸ ਕਰ ਲਿਆ, ਉਹਨਾਂ ਦੇ ਲਿਮਿਟੇਸ਼ਨਸ ਕਰ ਲਈਆਂ, ਫੀਚਰਸ ਕਰ ਲਈਆਂ। ਤੇ ਜਿਹੜੇ ਹੈਗੇ ਵਾ ਸਿੰਗੂਲਰ ਸਾਇੰਸ ਦੇ ਵਿੱਚ ਸਟੈਟਿਕ ਕੀ ਹੁੰਦਾ ਵਾ, ਮੈਥਡਸ ਆਉਂਦੇ ਸੀ। ਹੁਣ ਉਹ ਸਾਰੇ ਮੈਥਡ ਤੁਹਾਡੇ ਕੀ ਹੈ ਟਰਨ ਵਾਈਜ਼ ਕੀ ਹੈ ਸਾਰੇ ਚੈਪਟਰਸ ਬਣ ਜਾਣਗੇ। ਹੁਣ ਤੁਹਾਨੂੰ ਜੇ ਧਿਆਨ ਦੇ ਵਿੱਚ ਹੋਏਗਾ ਕਿ ਸਿੰਗੂਲਰ ਸਾਇੰਸ ਦੇ ਵਿੱਚ ਸਟੈਟਿਕਸ ਦਾ ਪਹਿਲਾ ਪੁਆਇੰਟ ਸੀਗਾ ਕਲੈਕਸ਼ਨ ਆਫ ਡਾਟਾ। ਨਹੀਂ ਧਿਆਨ, ਇੱਕ ਮਿੰਟ ਮੈਂ ਤੁਹਾਨੂੰ ਦਿਖਾ ਵੀ ਦਿੰਦੀ ਹਾਂ ਦੁਬਾਰਾ ਤੋਂ ਟੇਬਲ, ਵੈਸੇ ਮੈਂ ਤੁਹਾਨੂੰ ਦਿਖਾਇਆ ਹੋਇਆ, ਤੁਹਾਨੂੰ ਦੱਸਿਆ ਵੀ ਸੀ ਉਸ ਦਿਨ ਵੀ ਸਾਰਾ। ਇੱਕ ਮਿੰਟ, ਹਾਂਜੀ ਇੱਥੋਂ ਦੇਖੋ ਧਿਆਨ ਨਾਲ, ਇਹ ਕੀ ਸੀ ਤੁਹਾਡਾ, ਆਪਾਂ ਸਟੈਟਿਕ ਪੜ੍ਹ ਰਹੇ ਸੀਗੇ ਸਟੇਜਿਸ ਹੈ ਸਟੈਟਿਕਲ ਸਟੱਡੀਜ਼ ਦੀਆਂ ਇਨ ਸਿੰਗੂਲਰ ਨਾउन ਦੇ ਵਿੱਚ। ਠੀਕ ਹੈ, ਪਹਿਲਾ ਪੁਆਇੰਟ ਕੀ ਸੀਗਾ, ਕਲੈਕਸ਼ਨ ਆਫ ਡਾਟਾ, ਆਰਗੇਨਾਈਜੇਸ਼ਨ ਆਫ ਡਾਟਾ, ਪ੍ਰੈਜੈਂਟੇਸ਼ਨ ਆਫ ਡਾਟਾ, ਐਨਾਲਾਈਸਿਸ ਆਫ ਡਾਟਾ, ਇੰਟਰਪ੍ਰੀਟੇਸ਼ਨ ਆਫ ਡਾਟਾ। ਹੁਣ ਆਪਾਂ ਪਹਿਲਾ ਮੈਥਡ ਤੁਹਾਡਾ ਪੜ੍ਹ ਰਹੇ ਹਾਂ ਅੱਜ ਕਲੈਕਸ਼ਨ ਆਫ ਡਾਟਾ। ਇਹ ਤੁਹਾਡੇ ਜਿਹੜੇ ਜਿੰਨੇ ਵੀ ਸਟੇਜਿਸ ਨੇ ਹੁਣ ਇਹ ਤੁਹਾਡੇ ਸਾਰੇ ਚੈਪਟਰਸ ਨੇ ਅੱਗੇ ਅੱਗੇ। ਠੀਕ ਹੈ, 5 ਸਟੇਜਿਸ ਨੇ ਤੁਹਾਡੇ ਅੱਗੇ, 5 ਚੈਪਟਰਸ ਆਉਣਗੇ। ਠੀਕ ਹੈ, ਹੁਣ ਆਪਾਂ ਪਹਿਲਾ ਚੈਪਟਰ ਪੜ੍ਹ ਰਹੇ ਹਾਂ ਕਲੈਕਸ਼ਨ ਆਫ ਡਾਟਾ। ਕਲੈਕਸ਼ਨ ਆਫ ਡਾਟਾ ਦੇ ਵਿੱਚ ਦੇਖੋ ਇੰਟਰੋ ਦੇ ਵਿੱਚ ਆਪਾਂ ਕਵਾਂਗੇ ਕਿ ਪਲੂਅਰ ਸਾਇੰਸ ਦੇ ਵਿੱਚ ਕੀ ਸੀਗਾ ਕਿ ਸਟੈਟਿਕ ਮੀਨਸ ਡਾਟਾ ਔਰ ਕੁਆਂਟੀਟੇਟਿਵ ਇਨਫੋਰਮੇਸ਼ਨ ਕੈਪੇਬਲ ਆਫ ਸਮ ਮੀਨਿੰਗਫੁਲ ਕਨਕਲੂਜਨ। ਕਿ ਪਲੂਅਰ ਸਾਇੰਸ ਦੇ ਵਿੱਚ ਸਟੈਟਿਕ ਕੀ ਸੀਗਾ ਕਿ ਇੱਕ ਨੂਮੈਰੀਕਲ ਫਾਰਮ ਦੇ ਵਿੱਚ ਆਪਣੇ ਕੋਲ ਡਾਟਾ ਸੀਗਾ। ਠੀਕ ਹੈ, ਜਿਹਨੂੰ ਕੀ ਹੈ ਇੱਕ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਸੀਗੀ ਜਿਹਦੇ ਤੋਂ ਅਸੀਂ ਕੋਈ ਮੀਨਿੰਗਫੁਲ ਕਨਕਲੂਜਨ ਨਿਕਾਲ ਸਕਦੇ ਸੀਗੇ। ਸਟੈਟਿਕਸ ਸਾਨੂੰ ਕਿਹਾ ਸੀ ਨਾ, ਸਟੈਟਿਕਸ ਇਸ ਦੇ ਵਿੱਚ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੁੰਦੀ ਨੂਮੈਰੀਕਲ ਫਾਰਮ ਦੇ ਵਿੱਚ ਜਿਹਦੇ ਤੋਂ ਅਸੀਂ ਕੋਈ ਕਨਕਲੂਜਨ ਨਿਕਾਲ ਸਕਦੇ ਹਾਂ। ਜਿਵੇਂ ਕਿ ਐਗਜ਼ਾਮਪਲਸ ਦਿੱਤੀ ਹੋਈਆਂ ਨੇ, देयर आर 8 ਸ਼ੂਗਰ ਮਿਲਸ ਇਨ ਹਰਿਆਣਾ ਕੰਪੇਅਰ ਟੂ 20 ਇਨ ਪੰਜਾਬ। ਕੰਪੈਰੀਜ਼ਨ ਵੀ ਹੋ ਗਿਆ ਨਾ, ਤੇ ਇੱਕ ਕਨਕਲੂਜਨ ਵੀ ਨਿਕਲ ਰਿਹਾ ਵੈ ਕਿ ਹਰਿਆਣਾ ਦੇ ਵਿੱਚ ਕੀ ਹੈ, ਕਿੰਨੀਆਂ ਸ਼ੂਗਰ ਮਿਲਸ ਨੇ ਕੰਪੈਰੀਜ਼ਨ ਟੂ ਪੰਜਾਬ। ਕਨਕਲੂਜਨ ਨਿਕਲ ਰਿਹਾ, ਰਿਜ਼ਲਟ ਨਿਕਲ ਰਿਹਾ ਕੋਈ। ਠੀਕ ਹੈ, ਦੂਸਰੀ ਜਿਵੇਂ ਨੇ ਐਗਜ਼ਾਮਪਲ ਦਿੱਤੀ ਹੋਈ ਹੈ, 20% ਆਫ ਪੀਪਲ ਇਨ ਦਾ ਵਰਕਿੰਗ ਏਜ ਗਰੁੱਪ ਆਰ ਅਨਇੰਪਲਾਇਡ ਇਨ ਇੰਡੀਆ ਕੰਪੇਅਰਡ ਟੂ ਓਨਲੀ 2% ਇਨ USA। USA ਦੇ ਨਾਲ ਕੀ ਹੈ ਆਪਣੀ ਜਿਹੜੀ ਹੈਗੀ ਆ ਅਨਇੰਪਲਾਇਮੈਂਟ ਨੂੰ ਕੀ ਹੈ ਕੰਪੇਅਰ ਕੀਤਾ ਹੋਇਆ ਇੰਡੀਆ ਦੀ। ਠੀਕ ਹੈ, ਇਹ ਵੀ ਇੱਕ ਕਨਕਲੂਜਨ ਨਿਕਲ ਰਿਹਾ ਨਾ, ਐਂਡ ਦਾ ਆਪਾਂ ਕਨਕਲੂਜਨ ਕਰਕੇ ਕੰਪੇਅਰ ਕਰ ਰਹੇ ਹਾਂ ਆਪਣੀ ਇੰਡੀਆ ਦੀ ਅਨਇੰਪਲਾਇਮੈਂਟ ਨੂੰ USA ਦੇ ਨਾਲ। ਠੀਕ ਹੈ, ਇਹ ਤਾਂ ਸੀਗਾ ਤੁਹਾਡਾ ਪਲੂਅਰ ਸਾਇੰਸ ਦੇ ਵਿੱਚ ਪੜ੍ਹਿਆ ਸੀ। ਹੁਣ ਆਪਾਂ ਸਿੰਗੂਲਰ ਸਾਇੰਸ ਦੇ ਵਿੱਚ ਪੜ੍ਹਾਂਗੇ। ਇਹਦੇ ਵਿੱਚ ਕੀ ਹੁੰਦਾ ਵੈ, ਡਾਟਾ ਨੂੰ ਇਕੱਠਾ ਕਰਨ ਦੇ ਦੋ ਸੋਰਸਿਸ ਹੁੰਦੇ ਨੇ, ਇੱਕ ਹੁੰਦਾ ਪ੍ਰਾਇਮਰੀ, ਇੱਕ ਹੁੰਦਾ ਸੈਕੰਡਰੀ। ਬਹੁਤ ਈਜ਼ੀ ਹੈ, ਧਿਆਨ ਨਾਲ ਸੁਣਨਾ ਵੈ, ਸਮਝਣਾ ਵੈ। ਠੀਕ ਹੈ, ਤੁਹਾਡੇ ਕੋਲ ਜਦੋਂ ਬੁੱਕਸ ਆ ਜਾਣਗੇ ਬੁੱਕਸ ਵਿੱਚ ਸਾਰਾ ਮਟੀਰੀਅਲ ਹੋਏਗਾ। ਠੀਕ ਹੈ, ਹੁਣ ਜੇ ਤੁਹਾਨੂੰ ਮੈਂ ਵੈਸੇ ਹੀ ਸਮਝਾ ਰਹੀ ਹਾਂ ਹੁਣ। ਠੀਕ ਹੈ, ਪ੍ਰਾਇਮਰੀ ਡਾਟਾ ਕੀ ਹੁੰਦਾ ਵੈ, ਪ੍ਰਾਇਮਰੀ ਡਾਟਾ ਹੁੰਦਾ ਵੈ ਫਸਟ ਹੈਂਡ ਡਾਟਾ, ਇਹਨੂੰ ਓਰੀਜਨਲ ਡਾਟਾ ਵੀ ਬੋਲ ਦਿੰਦੇ ਨੇ। ਪ੍ਰਾਇਮਰੀ ਡਾਟਾ ਉਹ ਡਾਟਾ ਹੁੰਦਾ ਵੈ ਜੋ ਕਿ ਇਨਵੈਸਟੀਗੇਟਰ ਖੁਦ ਤੋਂ ਕਲੈਕਟ ਕਰਦਾ ਵੈ, ਯਾਨੀ ਕਿ ਕਿਸੇ ਦਾ ਪਹਿਲਾਂ ਤੋਂ ਕਲੈਕਟ ਕੀਤਾ ਹੋਇਆ ਡਾਟਾ ਯੂਜ਼ ਨਹੀਂ ਕਰਦਾ। ਹੁਣ ਇਨਵੈਸਟੀਗੇਟਰ ਕੀ ਹੁੰਦਾ, ਦੇਖੋ ਤਿੰਨ ਜਣੇ ਹੁੰਦੇ ਨੇ, ਇਨਵੈਸਟੀਗੇਟਰ ਹੁੰਦਾ, ਨਿਊਮੀਨੇਟਰ ਹੁੰਦਾ, ਰਿਸਪੋਂਡੈਂਟ ਹੁੰਦਾ। ਜਿਵੇਂ ਜਿਵੇਂ ਚੈਪਟਰ ਕਰਦੇ ਜਾਓਗੇ ਤੁਹਾਨੂੰ ਤਿੰਨੇ ਪੁਆਇੰਟਸ ਅੱਛੀ ਤਰ੍ਹਾਂ ਯਾਦ ਹੋ ਜਾਣਗੇ। ਇੱਕ ਹੁੰਦਾ ਨਿਊਮੀਨੇਟਰ, ਨਿਊਮੀਨੇਟਰ ਉਹ ਹੁੰਦਾ ਇਨਵੈਸਟੀਗੇਟਰ ਉਹ ਹੁੰਦਾ ਵੈ ਜਿਹਨੇ ਕਿ ਆਪਣਾ ਸਰਵੇ ਕਰਨਾ ਵੈ। ਠੀਕ ਹੈ, ਇਨਵੈਸਟੀਗੇਟਰ ਕੀ ਹੁੰਦਾ ਵੈ ਜਿਹਨੇ ਕਿ ਕਿਸੇ ਵੀ ਸਰਵੇ ਕਰਨਾ ਜਾਂ ਕਿਸੇ ਵੀ ਕਨਸੈਪਟ ਨਾਲ ਰਿਲੇਟਡ ਜਾਂ ਉਹਦਾ ਕੋਈ ਵੀ ਜੋ ਵੀ ਉਹਦਾ ਓਬਜੈਕਟਿਵ ਹੈ ਉਹਦੇ ਨਾਲ ਰਿਲੇਟਡ ਉਹਨੇ ਕੀ ਹੈ ਇਨਫੋਰਮੇਸ਼ਨ ਕਲੈਕਟ ਕਰਨੀ ਹੈ। ਨਿਊਮੀਨੇਟਰ ਕੌਣ ਹੁੰਦਾ ਵੈ, ਨਿਊਮੀਨੇਟਰ ਉਹਦੇ ਹੈਲਪਰ ਹੁੰਦੇ ਨੇ। ਹੁਣ ਜੇਕਰ ਕਿਸੇ ਵੀ ਏਰੀਆ ਦੀ ਕੋਈ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਤਾਂ ਇਨਵੈਸਟੀਗੇਟਰ ਇਕੱਲਾ ਨਹੀਂ ਨਾ ਕਰ ਸਕਦਾ, ਉਹਨੂੰ ਕੁਝ ਵਰਕਰਸ ਚਾਹੀਦੇ ਹੋਣਗੇ ਆਪਣੇ ਨਾਲ, ਤਾਂ ਉਹਨਾਂ ਨੂੰ ਬੋਲਦੇ ਨੇ ਨਿਊਮੀਨੇਟਰਸ। ਰਿਸਪੋਂਡੈਂਟ ਕੀ ਹੁੰਦਾ ਵੈ, ਜਿਹਦੇ ਤੋਂ ਆਪਾਂ ਨੂੰ ਇਨਫੋਰਮੇਸ਼ਨ ਕਲੈਕਟ ਕਰ ਰਹੇ ਹਾਂ। ਰਿਸਪੋਂਡੈਂਟ ਮਤਲਬ ਰਿਸਪੌਂਸ ਕਰਨਾ, ਜਵਾਬ ਦੇਣਾ, ਜਿਹਦੇ ਤੋਂ ਆਪਾਂ ਇਨਫੋਰਮੇਸ਼ਨ ਕਲੈਕਟ ਕਰ ਰਹੇ ਹਾਂ। ਹੁਣ ਜਦੋਂ ਆਪਾਂ ਲੈਸਨ ਕਰਾਂਗੇ ਤੁਹਾਨੂੰ ਅੱਛੀ ਤਰ੍ਹਾਂ ਕਲੀਅਰ ਹੋ ਜਾਏਗਾ। ਠੀਕ ਹੈ, ਹੁਣ ਜਿਹੜਾ ਪ੍ਰਾਇਮਰੀ ਡਾਟਾ ਹੁੰਦਾ ਵੈ ਇਹ ਡਾਟਾ ਪਹਿਲਾਂ ਤੋਂ ਨਹੀਂ ਪਬਲਿਸ਼ਡ ਹੁੰਦਾ। ਠੀਕ ਹੈ, ਇਹਨੂੰ ਆਪਾਂ ਆਪਣੇ ਓਬਜੈਕਟਿਵ ਦੇ ਅਕੋਰਡਿੰਗ, ਆਪਣੇ ਸਰਵੇ ਦੇ ਅਕੋਰਡਿੰਗ ਖੁਦ ਤੋਂ ਕਲੈਕਟ ਕਰਦੇ ਹਾਂ, ਉਹਨੂੰ ਬੋਲਦੇ ਨੇ ਪ੍ਰਾਇਮਰੀ ਡਾਟਾ। ਹੁਣ ਤੁਹਾਨੂੰ ਮੈਂ ਥੋੜ੍ਹਾ ਬੁੱਕ ਤੋਂ ਰੀਡ ਕਰਵਾ ਦਿੰਦੀ ਹਾਂ, ਤੁਹਾਨੂੰ ਸਮਝ ਆ ਜਾਏਗੀ ਅੱਛੀ ਤਰ੍ਹਾਂ। ਹਾਂਜੀ, ਇੱਥੇ ਦੇਖੋ ਇਹਦੇ 'ਚ ਆਏਗਾ
हाँ, इट ऑफर यू फर्स्ट हैंड क्वांटिटी इन्फॉर्मेशन ਰਿਲੇਟਿਵ ਟੂ ਯੂਅਰ ਸਟੈਟਿਕਲ ਸਟੱਡੀਜ਼। ਜਿਸ ਵੀ ਚੀਜ਼ ਆਪਾਂ ਸਟੈਟਿਕਲ ਸਟੱਡੀਜ਼ ਕਰਨ ਦੇ ਨਾਲ ਇਹ ਕੀ ਹੁੰਦਾ, ਇਹ ਆਫਰ ਕਰਦਾ ਵਾ ਫਸਟ ਹੈਂਡ ਡਾਟਾ। ਫਸਟ ਹੈਂਡ ਡਾਟਾ ਇਸ ਲਈ ਹੁੰਦਾ ਵਾ ਕਿਉਂਕਿ ਅਸੀਂ ਇਹਨੂੰ ਖੁਦ ਤੋਂ ਕਲੈਕਟ ਕਰਦੇ ਹਾਂ, ਠੀਕ ਹੈ। ਯੂ ਔਰ ਯੂਅਰ ਟੀਮ ਆਫ ਇਨਵੈਸਟੀਗੇਟਰ, ਤੁਸੀਂ ਕੌਣ ਹੋ ਗਏ, ਨਿਊਮੀਨੇਟਰ। ਯੂ ਐਂਡ ਯੂਅਰ ਟੀਮ ਆਫ ਇਨਵੈਸਟੀਗੇਟਰ ਦੀ ਜਿਹੜੀ ਵੀ ਟੀਮ ਹੋਗੀ ਆਰ ਕੰਟੈਕਟਿੰਗ ਦਾ ਰਿਸਪੋਂਡੈਂਟ। ਉਹ ਕੀ ਹੈ, ਕੰਟੈਕਟ ਕਰਦੀ ਹੈ ਕਿਹਦੇ ਨਾਲ, ਰਿਸਪੋਂਡੈਂਟ ਨਾਲ। ਇਨਵੈਸਟੀਗੇਟਰ ਹੋ ਗਏ ਅਤੇ ਨਿਊਮੀਨੇਟਰ ਹੋ ਗਏ। ਇਨਵੈਸਟੀਗੇਟਰ ਦੀ ਟੀਮ ਹੋ ਗਈ ਨਾ ਪੂਰੀ, ਉਹ ਟੀਮ ਦੇ ਵਿੱਚ ਜਿਹੜੇ ਵਰਕਰਸ ਹੁੰਦੇ ਨੇ ਉਹਨਾਂ ਨੂੰ ਬੋਲਦੇ ਨੇ ਨਿਊਮੀਨੇਟਰ। ਉਹ ਅਤੇ ਤੁਸੀਂ ਕਿਹਦੇ ਨਾਲ ਕੰਟੈਕਟ ਕਰਦੇ ਹੋ, ਆਪਾਂ ਕੰਟੈਕਟ ਕਰਦੇ ਹਾਂ ਰਿਸਪੋਂਡੈਂਟ ਨਾਲ, ਠੀਕ ਹੈ। ਪੀਪਲਸ ਆਫਰਿੰਗ ਬੇਸਿਕ ਇਨਫੋਰਮੇਸ਼ਨ, ਜਿਹਨਾਂ ਤੋਂ ਆਪਾਂ ਇਨਫੋਰਮੇਸ਼ਨ ਕੀ ਹੈ ਕਲੈਕਟ ਕਰਨੀ ਹੈ। ਐਂਡ ਓਬਟੇਨਿੰਗ ਦਾ ਡਿਜ਼ਾਇਰ ਕੁਆਂਟਿਟੀ ਇਨਫੋਰਮੇਸ਼ਨ ਔਨ ਪਰ ਕੈਪੀਟਾ ਐਕਸਪੈਂਡੀਚਰ ਆਫ ਡਿਫਰੈਂਟ ਹਾਊਸਹੋਲਡ ਇਨ ਯੂਅਰ ਟਾਊਨ। ਹੁਣ ਤੁਹਾਡਾ ਓਬਜੈਕਟਿਵ ਕੀ ਹੈ, ਤੁਸੀਂ ਕੀ ਹੈ ਕਿਸੇ ਵੀ ਟਾਊਨ ਦੇ ਕਿਸੇ ਵੀ ਏਰੀਆ ਤੋਂ ਉਹਨਾਂ ਦਾ ਕੀ ਹੈ ਪਰ ਕੈਪੀਟਾ ਐਕਸਪੈਂਡੀਚਰ ਜਾਣਨਾ ਚਾਹੁੰਦੇ ਹੋ ਕਿ ਉਸ ਟਾਊਨ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਨੇ ਜਾਂ ਕੋਈ ਵੀ ਏਰੀਆ ਹੈ ਉਹ ਆਪਣਾ ਐਕਸਪੈਂਡੀਚਰ ਕਿਵੇਂ ਕਰਦੇ ਨੇ, ਉਹਦੇ ਨਾਲ ਰਿਲੇਟਡ ਤੁਸੀਂ ਇਨਫੋਰਮੇਸ਼ਨ ਇਕੱਠੀ ਕਰਨੀ ਹੈ। ਤੁਸੀਂ ਆਪਣੀ ਟੀਮ ਨਾਲ ਗਏ ਹੋ ਅਤੇ ਉੱਥੋਂ ਕੀ ਹੈ ਇਨਫੋਰਮੇਸ਼ਨ ਕੀ ਹੈ ਕਲੈਕਟ ਕਰਕੇ ਲੈ ਕੇ ਆਏ ਹੋ ਰਿਸਪੋਂਡੈਂਟ ਤੋਂ, ਠੀਕ ਹੈ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਵੀ ਡਾਟਾ ਕਲੈਕਟਡ ਬਾਈ ਦਾ ਇਨਵੈਸਟੀਗੇਟਰ ਫੋਰ ਇਜ਼ ਵਨ ਪਰਪਸ। ਜਿਹੜਾ ਡਾਟਾ ਕਲੈਕਟ ਕੀਤਾ ਜਾਂਦਾ ਉਹ ਇਨਵੈਸਟੀਗੇਟਰ ਦਾ ਖੁਦ ਦਾ ਆਪਦਾ ਪਰਪਸ ਹੈ, ਉਹਦਾ ਕੋਈ ਮੋਟਿਵ ਹੈ ਜਿਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਨੂੰ ਇਕੱਠੀ ਕਰ ਰਿਹਾ ਵੈ। ਫੋਰ ਦਾ ਫਸਟ ਟਾਈਮ ਹੁੰਦਾ ਵੈ। ਫਰੋਮ ਬਿਗਨਿੰਗ ਟੂ ਐਂਡ ਤੋਂ ਮਤਲਬ ਸਟਾਰਟਿੰਗ ਤੋਂ ਲੈ ਕੇ ਸਾਰਾ ਡਾਟਾ ਉਹ ਖੁਦ ਤੋਂ ਕੀ ਹੈ ਕਲੈਕਟ ਕਰਦਾ। ਦੀਜ਼ ਆਰ ਕਲੈਕਟਡ ਫਰੋਮ ਦਾ ਸੋਰਸਿਸ ਆਫ ਓਰੀਜਨ। ਇਹ ਓਰੀਜਨ ਕਿਉਂ ਹੁੰਦਾ ਵੈ, ਕਿਉਂਕਿ ਸ਼ੁਰੂ ਤੋਂ ਮੁੱਢ ਤੋਂ ਖੁਦ ਤਿਆਰ ਕਰਦਾ ਹੈ। ਜਿਹਦੇ ਤੋਂ ਉਹਨੇ ਡਾਟਾ ਕਲੈਕਟ ਕਰਨਾ ਹੁੰਦਾ ਉਹ ਉਹਦੇ ਕੋਲ ਖੁਦ ਜਾਂਦਾ ਵੈ ਅਤੇ ਉਹਦੇ ਤੋਂ ਡਾਟਾ ਇਕੱਠਾ ਕਰਕੇ ਲੈ ਕੇ ਆਉਂਦਾ। ਇਸ ਲਈ ਇਹਨੂੰ ਓਰੀਜਨਲ ਡਾਟਾ ਬੋਲਦੇ ਨੇ। ਇਹਨੂੰ ਫਸਟ ਹੈਂਡ ਡਾਟਾ ਇਸ ਲਈ ਬੋਲਦੇ ਨੇ ਕਿਉਂਕਿ ਉਹਨੇ ਕਿਸੇ ਦਾ ਪਿਆ ਹੋਇਆ ਡਾਟਾ ਯੂਜ਼ ਨਹੀਂ ਕੀਤਾ ਗਾ, ਉਹਨੇ ਖੁਦ ਤੋਂ ਡਾਟਾ ਇਕੱਠਾ ਕੀਤਾ, ਖੁਦ ਤੋਂ ਡਾਟਾ ਬਣਾਇਆ ਵੈ। ਸਮਝ ਗਏ ਹੋਗੇ ਨਾ ਪ੍ਰਾਇਮਰੀ ਡਾਟਾ ਕੀ ਹੁੰਦਾ। ਪ੍ਰਾਇਮਰੀ ਡਾਟਾ ਜਦੋਂ ਆਪਾਂ ਕਿਸੇ ਦਾ ਪਿਆ ਹੋਇਆ ਡਾਟਾ ਯੂਜ਼ ਨਹੀਂ ਕਰਦੇਗੇ, ਅਸੀਂ ਖੁਦ ਤੋਂ ਡਾਟਾ ਇਕੱਠਾ ਕਰਦੇ ਹਾਂ, ਠੀਕ ਹੈ। In the world of all data originally collected in the process of investigator are known as ਪ੍ਰਾਇਮਰੀ ਡਾਟਾ ਆਰ ਓਰੀਜਨਲ। ਉਹੀ ਪੁਆਇੰਟਸ ਨੂੰ ਵਾਰ-ਵਾਰ ਮੋਲਡ ਕਰਕੇ ਦੱਸਿਆ ਹੋਇਆ ਹੈ। ਹੁਣ ਜਿਵੇਂ ਕਿ ਐਗਜ਼ਾਮਪਲ ਆ ਗਈ, ਯੂ ਮੇ ਬੀ ਇੰਟਰਸਟਡ ਇਨ ਸਟੱਡਿੰਗ ਦਾ ਸੋਸ਼ਲ ਇਕਨੋਮਿਕ ਸਟੇਟ ਆਫ ਦੋ ਸਟੂਡੈਂਟ ਇਨ ਦਾ ਯੂਅਰ ਕਲਾਸ +1 who secured first division in their matriculation examination। ਹੁਣ ਕਹਿੰਦੇ ਨੇ ਇਹਨਾਂ ਨੇ ਐਗਜ਼ਾਮਪਲ ਦੇ ਕੇ ਦੱਸ ਰਹੇ ਨੇ ਕਿ ਸਪੋਜ਼ ਤੁਸੀਂ ਆਪਣੀ ਕਲਾਸ ਦੇ +1 ਵਿਦਿਆਰਥੀਆਂ ਦੇ ਉਹਨਾਂ ਬੱਚਿਆਂ ਬਾਰੇ ਡਾਟਾ ਇਕੱਠਾ ਕਰਨਾ ਚਾਹੁੰਦੇ ਹੋ। ਤੁਹਾਡਾ ਸਰਵੇ ਇਸ ਤਰ੍ਹਾਂ ਦਾ ਹੈ ਜਿਨ੍ਹਾਂ ਨੇ 10th ਦੇ ਵਿੱਚ ਕੀ ਹੈ ਫਸਟ ਡਿਵੀਜ਼ਨ ਹਾਸਿਲ ਕੀਤੀ ਹੈ। ਹੁਣ ਤੁਸੀਂ ਉਹਨਾਂ ਤੋਂ ਕੀ ਇਨਫੋਰਮੇਸ਼ਨ ਲਓਗੇ, ਉਹਨਾਂ ਤੋਂ ਤੁਸੀਂ ਇਨਫੋਰਮੇਸ਼ਨ ਇਕੱਠੀ ਕਰੋਗੇ ਕਿ ਤੁਹਾਡੀ ਪੋਕਟ ਅਲਾਊਂਸ ਕੀ ਹੈ, ਤੁਹਾਨੂੰ ਕਿੰਨਾ ਮੰਥਲੀ ਪੋਕਟ ਮਨੀ ਮਿਲਦੀ ਹੈ, ਤੁਹਾਡੀ ਫੈਮਿਲੀ ਇਨਕਮ ਕੀ ਹੈ, ਤੁਹਾਡੀ ਐਜੂਕੇਸ਼ਨ ਸਟੇਟਸ ਕੀ ਹੈ, ਠੀਕ ਹੈ। ਦੇਅਰ ਫੈਮਿਲੀ ਮੈਂਬਰਸ ਕਿੰਨੇ ਨੇ ਆਰ ਲਾਈਕ, ਇਸ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਉਹਦੇ ਤੋਂ ਬਾਅਦ ਇਕੱਠੀ ਕਰੋਗੇ। ਜੇ ਤੁਸੀਂ ਸਟੱਡੀਜ਼ ਕਿੰਦੇ ਤੋਂ ਅਚੀਵ ਕੀਤੀ, ਤੁਸੀਂ ਕੀ ਟੂਲਸ ਯੂਜ਼ ਕੀਤੇ ਸਟੱਡੀ ਕਰਨ ਲਈ, ਤੁਸੀਂ ਕੀ ਟੈਕਨੀਕਸ ਯੂਜ਼ ਕੀਤੀ, ਜੋ ਵੀ ਇਨਫੋਰਮੇਸ਼ਨ ਉਹਨੂੰ ਆਪਣੀ ਇਨਵੈਸਟੀਗੇਸ਼ਨ ਦੇ ਲਈ ਕੀ ਚਾਹੀਦੀ ਹੈ ਉਹ ਉਹਨਾਂ ਸਟੂਡੈਂਟਸ ਤੋਂ ਇਕੱਠੀ ਕਰੇਗਾ। ਹੁਣ ਉਹਨੇ ਪਹਿਲਾਂ ਤੋਂ ਪਈ ਹੋਈ ਇਨਫੋਰਮੇਸ਼ਨ ਨਹੀਂ ਇਕੱਠੀ ਕੀਤੀ। ਇਹਨੂੰ ਪ੍ਰਾਇਮਰੀ ਡਾਟਾ ਇਸ ਲਈ ਬੋਲਦੇ ਨੇ ਕਿਉਂਕਿ ਖੁਦ ਬੱਚਿਆਂ ਕੋਲ ਗਏ ਉਹਨਾਂ ਬੱਚਿਆਂ ਤੋਂ ਉਹਨਾਂ ਨੇ ਸਵਾਲ ਜਵਾਬ ਕੀਤੇ ਕਿਉਂਕਿ ਉਹਨਾਂ ਨੇ ਕੀ ਹੈ ਮੈਟ੍ਰਿਕ ਦੇ ਵਿੱਚ ਕੀ ਹੈ ਫਸਟ ਡਿਵੀਜ਼ਨ ਹਾਸਿਲ ਕੀਤੀ ਹੈ, ਠੀਕ ਹੈ। ਤਾਂ ਇਹ ਹੁੰਦਾ ਵੈ ਪ੍ਰਾਇਮਰੀ ਡਾਟਾ। ਆਈ ਥਿੰਕ ਸਭ ਨੂੰ ਕਲੀਅਰ ਹੋ ਗਿਆ ਕਿ ਪ੍ਰਾਇਮਰੀ ਡਾਟਾ ਕੀ ਹੁੰਦਾ ਹੈ। ਉਹ ਡਾਟਾ ਜੋ ਅਸੀਂ ਖੁਦ ਤੋਂ ਇਕੱਠਾ ਕਰਦੇ ਹਾਂ, ਅਸੀਂ ਕਿਸੇ ਦਾ ਪਿਆ ਹੋਇਆ ਡਾਟਾ ਯੂਜ਼ ਨਹੀਂ ਕਰਦੇ, ਉਹਨੂੰ ਬੋਲਦੇ ਨੇ ਪ੍ਰਾਇਮਰੀ ਡਾਟਾ। ਹੁਣ ਆ ਗਿਆ ਸੈਕੰਡਰੀ ਡਾਟਾ। ਹੁਣ ਤੁਹਾਨੂੰ ਕਲੀਅਰ ਹੋ ਜਾਏਗਾ ਸੈਕੰਡਰੀ ਹੈਂਡ ਡਾਟਾ ਜਿਹੜਾ ਹੁੰਦਾ ਇਹਨੂੰ ਬੋਲਦੇ ਨੇ ਸੈਕਿੰਡ ਹੈਂਡ ਡਾਟਾ। ਸੈਕਿੰਡ ਹੈਂਡ ਡਾਟਾ ਕਿਉਂ ਬੋਲਦੇ ਨੇ, ਅਸੀਂ ਆਪਣੀ ਇਨਵੈਸਟੀਗੇਸ਼ਨ ਦੇ ਲਈ ਸਾਨੂੰ ਆਪਣੇ ਸਰਵੇ ਦੇ ਲਈ ਜੋ ਡਾਟਾ ਚਾਹੀਦਾ ਹੁੰਦਾ ਵੈ ਅਸੀਂ ਉਹ ਖੁਦ ਤੋਂ ਕਲੈਕਟ ਨਹੀਂ ਕਰਦੇਗੇ। ਅਸੀਂ ਕੀ ਕਰਦੇ ਹਾਂ ਕਿਸੇ ਦਾ ਪਿਆ ਹੋਇਆ ਡਾਟਾ ਯੂਜ਼ ਕਰ ਲੈਂਦੇ ਹਾਂ ਆਪਣੇ ਸਰਵੇ ਦੇ ਅਕੋਰਡਿੰਗ, ਆਪਣੀ ਓਬਜੈਕਟਿਵ ਦੇ ਅਕੋਰਡਿੰਗ, ਠੀਕ ਹੈ। ਜਿਵੇਂ ਕਿ ਤੁਸੀਂ ਇਹਦੇ 'ਚ ਆਪਾਂ ਐਗਜ਼ਾਮਪਲ ਲੈ ਹਾਂਜੀ ਜਿਵੇਂ ਇਹਦੇ 'ਚ ਆਪਾਂ ਐਗਜ਼ਾਮਪਲ ਲਵਾਂਗੇ, ਜਿਵੇਂ +1 ਕਲਾਸ ਦੇ ਸਟੂਡੈਂਟਸ ਨੇ, ਤੁਸੀਂ ਹਰੇਕ ਸਟੂਡੈਂਟਸ ਦੇ ਕੀ ਹੈ ਫਾਦਰਸ ਨੇਮ ਅਤੇ ਮਦਰਸ ਨੇਮ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਇੱਕ ਸਟੂਡੈਂਟ ਦੇ ਕੋਲ ਜਾ ਕੇ ਖੁਦ ਤੋਂ ਡਾਟਾ ਕਲੈਕਟ ਨਹੀਂ ਕੀਤਾ। ਤੁਸੀਂ ਇੱਕ ਬੱਚੇ ਕੋਲ ਨਹੀਂ ਗਏ, ਉਹਨੂੰ ਨਹੀਂ ਪੁੱਛਿਆ ਕਿ ਤੁਹਾਡਾ ਫਾਦਰਸ ਨੇਮ ਕੀ ਹੈ, ਤੁਹਾਡੇ ਮਦਰਸ ਨੇਮ ਕੀ ਹੈ। ਬੱਚਿਆਂ ਦਾ ਰਿਕਾਰਡ ਹੁੰਦਾ ਨਾ ਸਕੂਲ ਦੇ ਵਿੱਚ ਸਾਰਾ ਐਡਮ ਬਲੋਕ ਦੇ ਵਿੱਚ, ਤੁਸੀਂ ਉੱਥੇ ਐਡਮ ਬਲੋਕਸ 'ਚ ਗਏ ਜਾਂ ਜਿਹੜੀ ਵੀ ਫਾਈਲਸ ਬਣੀਆਂ ਹੁੰਦੇ ਨੇ ਉਹਨਾਂ ਫਾਈਲਸ ਤੋਂ ਤੁਸੀਂ ਸਟੂਡੈਂਟਸ ਨਾਲ ਰਿਲੇਟਡ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਸੀ, ਉਹਨਾਂ ਦੇ ਫਾਦਰਸ ਨੇਮ, ਉਹਨਾਂ ਦੇ ਮਦਰਸ ਨੇਮ, ਡੇਟ ਆਫ ਬਰਥ ਜਾਂ ਉਹਨਾਂ ਦੀ ਫੈਮਿਲੀ ਇਨਕਮ ਕਿੰਨੀ ਹੈ, ਐਨੂਅਲ ਇਨਕਮ ਕਿੰਨੀ ਹੈ, ਜੋ ਵੀ ਜਾਣਨਾ ਚਾਹੁੰਦੇ ਸੀ ਤੁਸੀਂ ਉਹ ਫਾਈਲਸ ਤੋਂ ਇਕੱਠੀ ਕਰ ਲਈ। ਇਹ ਤੁਸੀਂ ਹੁਣ ਆਪਣੇ ਪਰਪਸ ਦੇ ਅਕੋਰਡਿੰਗ ਡਾਟਾ ਤੁਹਾਨੂੰ ਮਿਲ ਗਿਆ, ਲੇਕਿਨ ਇਹ ਡਾਟਾ ਤੁਸੀਂ ਖੁਦ ਕਲੈਕਟ ਨਹੀਂ ਨਾ ਕੀਤਾ, ਇਹ ਕਿਸੇ ਹੋਰ ਨੇ ਇਕੱਠਾ ਕੀਤਾ ਸੀ। ਤੇ ਕੀ ਹੈ ਇੱਕ ਸਟੂਡੈਂਟਸ ਕੋਲ ਜਾ ਕੇ ਕਿਸੇ ਹੋਰ ਨੇ ਇਕੱਠਾ ਕੀਤਾ ਸੀ, ਉਹਨੇ ਫਾਈਲ ਦੇ ਵਿੱਚ ਸਾਰਾ ਰਿਕਾਰਡ ਕਰਕੇ ਰੱਖਤਾ ਅਤੇ ਤੁਸੀਂ ਉਹ ਫਾਈਲ ਚੱਕ ਲਈ ਅਤੇ ਆਪਣੇ ਪਰਪਸ ਦੇ ਅਕੋਰਡਿੰਗ ਡਾਟਾ ਯੂਜ਼ ਕਰ ਲਿਆ।
ਉਹਨੂੰ ਬੋਲਦੇ ਨੇ ਸੈਕੰਡਰੀ ਡਾਟਾ। ਹੁਣ ਤਾਂ ਸਮਝ ਗਏ ਨਾ ਦੋਵਾਂ ਦੇ ਵਿੱਚ ਕੀ ਡਿਫਰੈਂਸਿਸ ਹੋ ਗਿਆ। ਪ੍ਰਾਇਮਰੀ ਡਾਟਾ ਉਹ ਹੁੰਦਾ ਵੈ ਜੋ ਕਿ ਅਸੀਂ ਖੁਦ ਤੋਂ ਕਲੈਕਟ ਕਰਦੇ ਹਾਂ। ਸੈਕੰਡਰੀ ਡਾਟਾ ਕਿਸੇ ਨੇ ਕਲੈਕਟ ਕਰਕੇ ਰਿਕਾਰਡ ਕਰਕੇ ਰੱਖਤਾ, ਅਸੀਂ ਚੱਕ ਕੇ ਯੂਜ਼ ਕਰ ਲਿਆ। ਜਿਵੇਂ ਕਿ ਇਹਦੇ ਵਧੀਆ ਐਗਜ਼ਾਮਪਲਸ ਕੀ ਹੋ ਸਕਦੇ ਨੇ, ਨਿਊਜ਼ਪੇਪਰ। ਤੁਸੀਂ ਕਿਸੇ ਵੀ ਪਾਵਰਟੀ ਰੇਟ ਜਾਣਨਾ ਚਾਹੁੰਦੇ ਹੋ, ਅਨਇੰਪਲੋਇਮੈਂਟ ਕਿੰਨੀ ਹੈ, ਇਲਿਟਰੇਸੀ ਰੇਟ ਕਿੰਨੀ ਹੈ, ਬਰਥ ਰੇਟ ਕਿੰਨੀ ਹੈ, ਡੈਥ ਰੇਟ ਕਿੰਨੀ ਹੈ, ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਕਲੈਕਟ ਕਰਨਾ ਚਾਹੁੰਦੇ ਹੋ, ਤੁਸੀਂ ਖੁਦ ਤਾਂ ਨਹੀਂ ਜਾ ਕੇ ਦੇਖਦੇ ਨਾ ਵੀ ਆਪਣੇ ਦੇਸ਼ 'ਚ ਕੌਣ ਗਰੀਬ ਹੈ, ਕੌਣ ਅਮੀਰ ਹੈ, ਕੌਣ ਪਾਵਰਟੀ ਲਾਈਨ ਦੇ ਅੰਡਰ ਆਉਂਦਾ, ਕੌਣ ਅਪ ਹੁੰਦਾ ਵੈ। ਤੁਸੀਂ ਕੀ ਕਰਦੇ ਹੋ, ਨਿਊਜ਼ਪੇਪਰ ਤੋਂ ਜਾਂ ਔਨਲਾਈਨ ਨੈੱਟ ਤੋਂ, ਹੈ ਨਾ, ਰੇਡੀਓ ਤੋਂ, ਟੈਲੀਵਿਜ਼ਨ ਤੋਂ, ਜੋ ਵੀ ਸੋਰਸਿਸ ਹੁੰਦੇ ਨੇ ਕਮਿਊਨੀਕੇਸ਼ਨਸ ਦੇ ਜਿੱਥੋਂ ਆਪਣੀ ਇਨਫੋਰਮੇਸ਼ਨ ਮਿਲ ਸਕਦੀ ਹੈ, ਤੁਸੀਂ ਉੱਥੋਂ ਕੀ ਹੈ ਡਾਟਾ ਕੀ ਹੈ ਕਲੈਕਟ ਕਰ ਲੈਂਦੇ ਹੋ। ਤਾਂ ਇਹਨੂੰ ਬੋਲਦੇ ਨੇ ਸੈਕੰਡਰੀ ਡਾਟਾ। ਤੇ ਇਹਦੇ ਐਗਜ਼ਾਮਪਲਸ ਕੀ ਹੋ ਗਿਆ, ਸਾਰੀਆਂ ਹੁਣ ਤਾਂ ਕਲੀਅਰ ਹੋ ਗਿਆ ਕਿ ਐਗਜ਼ਾਮਪਲਸ ਵੀ ਟੀਵੀ ਹੋ ਗਈ, ਰੇਡੀਓ ਹੋ ਗਈ, ਟੈਲੀਵਿਜ਼ਨ ਹੋ ਗਿਆ, ਨਿਊਜ਼ਪੇਪਰ ਹੋ ਗਿਆ, ਨੈੱਟ ਹੋ ਗਿਆ, ਜਿੱਥੋਂ ਵੀ ਤੁਹਾਨੂੰ ਇਹਨਾਂ ਨਾਲ ਰਿਲੇਟਡ ਨਿਊਜ਼ ਮਿਲ ਸਕਦੀ ਹੈ, ਇਨਫੋਰਮੇਸ਼ਨ ਮਿਲ ਸਕਦੀ ਹੈ, ਉਹ ਹੁੰਦਾ ਸੈਕੰਡਰੀ ਡਾਟਾ। ਪ੍ਰਾਇਮਰੀ ਡਾਟਾ ਜੀ ਤੁਸੀਂ ਕਿਸੇ ਦਾ ਯੂਜ਼ ਕੀਤਾ ਹੋਇਆ ਡਾਟਾ ਕੀ ਹੈ ਯੂਜ਼ ਨਹੀਂ ਕਰਦੀ, ਜਾਂ ਕਿਸੇ ਨੇ ਡਾਟਾ ਇਕੱਠਾ ਕੀਤਾ ਤੁਸੀਂ ਯੂਜ਼ ਕਰ ਲਿਆ, ਉਹ ਹੋ ਜਾਂਦਾ ਸੈਕੰਡਰੀ ਡਾਟਾ। ਤਾਂ ਇਹਨੂੰ ਕੀ ਬੋਲਦੇ ਨੇ, ਸੈਕਿੰਡ ਹੈਂਡ ਡਾਟਾ। ਪ੍ਰਾਇਮਰੀ ਡਾਟਾ ਕੀ ਹੋ ਗਿਆ, ਫਸਟ ਹੈਂਡ ਡਾਟਾ ਹੋ ਗਿਆ। ਇਹ ਕੀ ਹੋ ਗਿਆ, ਸੈਕਿੰਡ ਹੈਂਡ ਡਾਟਾ ਹੋ ਗਿਆ। ਪ੍ਰਾਇਮਰੀ ਡਾਟਾ ਕੀ ਹੁੰਦਾ, ਓਰੀਜਨਲ ਹੁੰਦਾ ਵੈ। ਓਰੀਜਨਲ ਹੁੰਦਾ ਵੈ ਕਿਉਂਕਿ ਅਸੀਂ ਖੁਦ ਤੋਂ ਇਕੱਠਾ ਕਰਦੇ ਹਾਂ, ਬਿਗਨਿੰਗ ਤੋਂ ਲੈ ਕੇ ਐਂਡ ਤੱਕ, ਬਿਗਨਿੰਗ ਟੂ ਐਂਡ। ਲੇਕਿਨ ਸੈਕੰਡਰੀ ਡਾਟਾ ਕੀ ਹੁੰਦਾ ਵੈ, ਇਹ ਬਿਗਨਿੰਗ ਟੂ ਐਂਡ ਨਹੀਂ ਹੁੰਦਾ, ਇਹ ਤਾਂ ਕਿਸੇ ਦਾ ਯੂਜ਼ ਕੀਤਾ ਹੋਇਆ ਡਾਟਾ ਵੈ, ਜਾਂ ਕਲੈਕਟ ਕੀਤਾ ਹੋਇਆ ਡਾਟਾ ਅਸੀਂ ਆਪਣੇ ਪਰਪਸ ਦੇ ਅਕੋਰਡਿੰਗ ਉਹਨੂੰ ਕੀ ਹੈ ਯੂਜ਼ ਕਰ ਰਹੇ ਹਾਂ। ਕਲੀਅਰ ਹੋ ਗਿਆ ਨਾ, ਹੁਣ ਤਾਂ ਸੌਖਾ ਹੀ ਹੈ ਨਾ ਪ੍ਰਾਇਮਰੀ ਤੇ ਸੈਕੰਡਰੀ ਡਾਟਾ, ਈਜ਼ੀ ਹੈ ਬਹੁਤ ਹੀ। ਠੀਕ ਹੈ, ਉਸ ਤੋਂ ਬਾਅਦ ਤੁਹਾਡੇ ਆ ਜਾਊਗਾ ਡਿਫਰੈਂਸਿਸ ਬਿਟਵੀਨ ਪ੍ਰਾਇਮਰੀ ਐਂਡ ਸੈਕੰਡਰੀ ਡਾਟਾ। ਦੋਵਾਂ ਦੇ ਵਿੱਚ ਕੀ ਡਿਫਰੈਂਸਿਸ ਹੈ। ਡਿਫਰੈਂਸਿਸ ਇਨ ਓਰੀਜਨੈਲਿਟੀ। ਓਰੀਜਨੈਲਿਟੀ ਦਾ ਹੋ ਗਿਆ ਕਿ ਜਿਹੜਾ ਪ੍ਰਾਇਮਰੀ ਡਾਟਾ ਵੈ ਉਹ ਕੀ ਹੁੰਦਾ ਵੈ, ਓਰੀਜਨਲ ਹੁੰਦਾ। ਕਿਉਂ ਓਰੀਜਨਲ ਹੁੰਦਾ ਵੈ, ਬਿਕੋਜ਼ ਦੀਜ਼ ਆਰ ਕਲੈਕਟਡ ਬਾਈ ਦ ਇਨਵੈਸਟੀਗੇਟਰ ਫਰੋਮ ਦਾ ਸੋਰਸਿਸ ਆਫ ਦਾ ਓਰੀਜਨ। ਕਿਉਂਕਿ ਇਹ ਕੀ ਹੁੰਦਾ ਵੈ, ਇਨਵੈਸਟੀਗੇਟਰ ਦੁਆਰਾ ਉਹਦਾ ਓਰੀਜਨ ਜਿਹੜਾ ਵੀ ਪੁਆਇੰਟ ਹੁੰਦਾ ਜਿਹਦੇ ਤੋਂ ਵੀ ਅਸੀਂ ਇਨਫੋਰਮੇਸ਼ਨ ਕਲੈਕਟ ਕਰਨੀ ਹੈ, ਅਸੀਂ ਉਹਦੇ ਕੋਲ ਜਾਂਦੇ ਹਾਂ ਅਤੇ ਖੁਦ ਤੋਂ ਇਨਫੋਰਮੇਸ਼ਨ ਕੀ ਹੈ ਕਲੈਕਟ ਕਰਦੇ ਹਾਂ। ਲੇਕਿਨ ਜਿਹੜਾ ਸੈਕੰਡਰੀ ਡਾਟਾ ਹੁੰਦਾ ਵੈ ਉਹ ਪਹਿਲਾਂ ਹੀ ਆਪਣੀ ਕੀ ਹੈ ਆਲਰੇਡੀ ਇਜ਼ ਐਗਜ਼ਿਸਟੈਂਟ, ਉਹ ਪਹਿਲਾਂ ਹੀ ਹੁੰਦਾ ਵੈ, ਐਗਜ਼ਿਸਟ ਹੁੰਦਾ ਵੈ, ਅਤੇ ਅਸੀਂ ਸਿਰਫ ਉਹਨੂੰ ਕੀ ਕਰਦੇ ਆਪਣੇ ਪਰਪਸ ਦੇ ਅਕੋਰਡਿੰਗ ਕੀ ਹੈ ਯੂਜ਼ ਕਰਦੇ ਹਾਂ। ਠੀਕ ਹੈ, ਸੈਕਿੰਡ ਪੁਆਇੰਟ ਕੀ ਹੋ ਗਿਆ, ਡਿਫਰੈਂਸਿਸ ਇਨ ਦਾ ਸੂਟੇਬਿਲਿਟੀ ਆਫ ਓਬਜੈਕਟਿਵ। ਇਹਨਾਂ ਦੇ ਓਬਜੈਕਟਿਵ ਦੇ ਵਿੱਚ ਕੀ ਹੈ ਚੇਂਜਸ ਹੁੰਦੇ ਨੇ। ਕਿਵੇਂ ਕਿ ਜਿਹੜਾ ਹੁੰਦਾ ਵੈ ਆਪਾਂ ਪ੍ਰਾਇਮਰੀ ਡਾਟਾ ਹੁੰਦਾ ਵੈ ਜਦੋਂ ਆਪਾਂ ਕਲੈਕਟ ਕਰ ਲੈਂਦੇ ਹਾਂ ਉਹਨੂੰ ਆਪਾਂ ਆਪਣੀ ਸੂਟੇਬਿਲਿਟੀ ਦੇ ਅਕੋਰਡਿੰਗ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਆਪਣਾ ਕੀ ਓਬਜੈਕਟਿਵ ਹੈ, ਆਪਾਂ ਉਹਦੇ ਅਕੋਰਡਿੰਗ ਡਾਟਾ ਕਲੈਕਟ ਕਰ ਰਹੇ ਹਾਂ। ਆਪਾਂ ਨੂੰ ਪਤਾ ਹੈ ਕਿ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਨੇ, ਠੀਕ ਹੈ, ਅਸੀਂ ਉਹਨਾਂ ਦੇ ਬਾਰੇ ਕੋਈ ਵੀ ਰਿਕਾਰਡ ਅਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਅਸੀਂ ਉਹੀ ਇਨਫੋਰਮੇਸ਼ਨ ਲਵਾਂਗੇ ਜੋ ਸਾਨੂੰ ਆਪਣੇ ਪਰਪਸ ਦੇ ਅਕੋਰਡਿੰਗ ਚਾਹੀਦੀ ਹੈ, ਤਾਂ ਹੁਣ ਆਪਾਂ ਨੂੰ ਉਹਦੇ 'ਚ ਚੇਂਜਸ ਕਰਨ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਜਿਹੜਾ ਸੈਕੰਡਰੀ ਡਾਟਾ ਹੈਗਾ ਵੈ ਉਹਦੇ ਵਿੱਚ ਸਾਨੂੰ ਥੋੜ੍ਹੀ ਬਹੁਤ ਚੇਂਜਸ ਕਰਨੀ ਪੈਂਦੀ ਹੈ, ਕਿਉਂਕਿ ਜਦੋਂ ਜਿਹੜੇ ਪਰਸਨ ਨੇ ਉਹ ਡਾਟਾ ਕਲੈਕਟ ਕੀਤਾ ਸੀ ਉਹਨੇ ਆਪਣੇ ਓਬਜੈਕਟਿਵ ਦੇ ਅਕੋਰਡਿੰਗ ਚੇਂਜ ਕੀਤਾ ਕਲੈਕਟ ਕੀਤਾ ਸੀ, ਅਤੇ ਜਦੋਂ ਹੁਣ ਆਪਾਂ ਉਹਦਾ ਡਾਟਾ ਯੂਜ਼ ਕਰ ਰਹੇ ਹਾਂ ਤਾਂ ਹੋ ਸਕਦਾ ਕਿ ਉਹਨੇ ਕੁਛ ਹੋਰ ਵੀ ਇਨਫੋਰਮੇਸ਼ਨ ਕਲੈਕਟ ਕੀਤੀ ਹੋਵੇ ਜੋ ਆਪਾਂ ਨੂੰ ਨਹੀਂ ਚਾਹੀਦੀ ਗੀ, ਐਕਸਟਰਾ ਕੁਛ ਉਹਨੇ ਐਡ ਕੀਤਾ ਹੋਇਆ ਉਹਦੇ ਵਿੱਚ ਜੋ ਆਪ ਨੂੰ ਆਪਣੇ ਸਰਵੇ ਦੇ ਅਕੋਰਡਿੰਗ ਨਹੀਂ ਚਾਹੀਦੀ, ਤਾਂ ਆਪ ਨੂੰ ਉਹਦੇ ਵਿੱਚ ਕੀ ਹੈ ਚੇਂਜਸ ਕਰਨੇ ਪੈਣਗੇ। ਸਮਝ ਰਹੇ ਹੋ ਨਾ ਕਿ ਉਹਨੇ ਇਨਫੋਰਮੇਸ਼ਨ ਬਹੁਤ ਜ਼ਿਆਦਾ ਇਕੱਠੀ ਕੀਤੀ ਹੋਈ ਹੈ। ਜਿਵੇਂ ਆਪਾਂ ਫਾਰਮ ਹੀ ਲੈ ਲਈਏ, ਕਿਸੇ ਬੱਚੇ ਦਾ ਫਾਰਮ ਹੈ, ਆਪ ਨੂੰ ਸਿਰਫ ਫਾਦਰ ਨੇਮ ਮਦਰਸ ਨੇਮ ਚਾਹੀਦਾ ਵੈ, ਲੇਕਿਨ ਜਦੋਂ ਉਹਨੇ ਡਾਟਾ ਕਲੈਕਟ ਕੀਤਾ ਸੀ ਬੱਚੇ ਬਾਰੇ ਉਹਨੇ ਉਹਦਾ ਸਾਰਾ ਰਿਕਾਰਡ ਰੱਖਿਆ ਸੀਗਾ, ਉਹਦਾ ਆਧਾਰ ਕਾਰਡ ਵੀ ਰੱਖਿਆ ਸੀ, ਫਾਦਰਸ ਨੇਮ ਮਦਰਸ ਨੇਮ ਡੇਟ ਆਫ ਬਰਥ ਰੱਖੀ ਸੀਗੀ, ਉਹਦੀ ਜਿਹੜੇ ਪ੍ਰੀਵੀਅਸ ਜਿਹੜੇ ਰਿਜ਼ਲਟ ਸੀ, ਜਿਵੇਂ 8th ਵਿੱਚ ਕਿੰਨੇ ਮਾਰਕਸ ਆਏ, 10th ਵਿੱਚ ਕਿੰਨੇ ਮਾਰਕਸ ਆਏ, ਕਿਹੜੇ ਸਕੂਲ ਜੋ ਵੀ ਸੀਗੀ, ਇਸ ਤਰ੍ਹਾਂ ਦੀ ਇਨਫੋਰਮੇਸ਼ਨ ਉਹਨੇ ਸਾਰੀ ਇਕੱਠੀ ਕੀਤੀ ਹੋਈ ਸੀ। ਲੇਕਿਨ ਆਪ ਨੂੰ ਆਪਣੇ ਸਰਵੇ ਦੇ ਅਕੋਰਡਿੰਗ ਇੰਨੀ ਇਨਫੋਰਮੇਸ਼ਨ ਨਹੀਂ ਚਾਹੀਦੀ, ਆਪ ਨੂੰ ਸਿਰਫ ਫਾਦਰਸ ਨੇਮ ਅਤੇ ਮਦਰਸ ਨੇਮ ਚਾਹੀਦਾ, ਤਾਂ ਆਪ ਨੂੰ ਥੋੜ੍ਹਾ ਜਿਹਾ ਉਹਦੇ ਵਿੱਚ ਚੇਂਜਸ ਕਰਨਾ ਪਏਗਾ। ਲੇਕਿਨ ਪ੍ਰਾਇਮਰੀ ਡਾਟਾ ਦੇ ਵਿੱਚ ਸਾਨੂੰ ਕੋਈ ਵੀ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸੈਕੰਡਰੀ ਡਾਟਾ ਦੇ ਵਿੱਚ ਸਾਨੂੰ ਥੋੜ੍ਹਾ ਬਹੁਤ ਆਪਣੇ ਓਬਜੈਕਟਿਵ ਦੇ ਅਕੋਰਡਿੰਗ ਆਪਣੇ ਪਰਪਸ ਦੇ ਅਕੋਰਡਿੰਗ ਚੇਂਜ ਕਰਨਾ ਪੈਂਦਾ ਹੈ। ਠੀਕ ਹੈ, ਹੁਣ ਮੈਨੂੰ ਤੁਸੀਂ ਇਹ ਨਾ ਸੋਚਿਓ ਕਿ ਮੈਨੂੰ ਮੈਸੇਜ ਕਰਿਓ ਕਿ ਸਾਨੂੰ ਵੀਡੀਓ ਕਲੀਅਰ ਨਹੀਂ ਹੋ ਰਹੀ, ਸਾਨੂੰ ਦਿਖ ਨਹੀਂ ਰਿਹਾ, ਅਸੀਂ ਨੋਟ ਕਰਨਾ ਸੀ, ਇਹ ਤੁਸੀਂ ਸਾਰਾ ਬੁੱਕ ਤੋਂ ਹੀ ਕਰ ਲਿਓ ਚਾਹੇ। ਠੀਕ ਹੈ, ਇਹਦੇ ਤੁਸੀਂ ਅਲੱਗ ਤੋਂ ਨੋਟਸ ਚਾਹੇ ਨਾ ਬਣਾਈਓ। ਠੀਕ ਹੈ, ਤੀਸਰਾ ਥਰਡ ਲਾਸਟ ਪੁਆਇੰਟ ਹੈ ਡਿਫਰੈਂਸਿਸ ਇਨ ਕੋਸਟ ਆਫ ਕਲੈਕਸ਼ਨ। ਹੁਣ ਤੁਸੀਂ ਦੱਸੋ, ਜੇ ਤੁਹਾਨੂੰ ਮੈਂ ਖੁਦ ਕਰਾ ਰਹੀ ਹੁੰਦੀ ਆਫਲਾਈਨ ਦੇ ਵਿੱਚ ਤਾਂ ਮੈਂ ਤੁਹਾਨੂੰ ਖੁਦ ਨੂੰ ਪੁੱਛਦੀ ਕਿ ਕੋਸਟ ਕਿੰਨੀ ਜ਼ਿਆਦਾ ਪਏਗੀ। ਨੈਚੁਰਲੀ ਗੱਲ ਹੈ ਕਿ ਪ੍ਰਾਇਮਰੀ ਡਾਟਾ ਦੀ ਕੋਸਟ ਕੀ ਹੈ ਜ਼ਿਆਦਾ ਪਏਗੀ, ਕਿਉਂਕਿ ਆਪਾਂ ਇੱਕ ਪਰਸਨ ਕੋਲ ਖੁਦ ਜਾਵਾਂਗੇ ਕਿ ਉਹਦੇ ਤੋਂ ਇਨਫੋਰਮੇਸ਼ਨ ਇਕੱਠੀ ਕਰਕੇ ਲੈ ਕੇ ਆਵਾਂਗੇ। ਇਹਦੇ ਵਿੱਚ ਆਪ ਨੂੰ ਜ਼ਿਆਦਾ ਇਨਵੈਸਟੀਗੇਟਰ ਵੀ ਕੀ ਹੈ ਹਾਇਰ ਕਰਨੇ ਪੈਣਗੇ, ਨਿਊਮੀਨੇਟਰ ਹਾਇਰ ਕਰਨੇ ਪੈਣਗੇ, ਕਿਉਂਕਿ ਆਪ ਨੂੰ ਜਿੰਨੇ ਜ਼ਿਆਦਾ ਆਪਣਾ ਏਰੀਆ ਵੱਡਾ ਹੋਏਗਾ, ਜਿੰਨੀ ਜ਼ਿਆਦਾ ਆਪਾਂ ਵੱਧ ਤੋਂ ਵੱਧ ਏਰੀਆ ਦੇ ਵਿੱਚ ਇਨਫੋਰਮੇਸ਼ਨ ਜੇ ਕਲੈਕਟ ਕਰਨੀ ਹੋਈ ਉਨੇ ਜ਼ਿਆਦਾ ਆਪ ਨੂੰ ਨਿਊਮੀਨੇਟਰਸ ਵਗੈਰਾ ਚਾਹੀਦੇ ਹੋਣਗੇ। ਠੀਕ ਹੈ, ਅਤੇ ਆਪਣੇ ਬਾਰੇ ਇਨਫੋਰਮੇਸ਼ਨ ਇਕੱਠੀ ਕਰਕੇ ਲੈ ਕੇ ਆਉਣਗੇ, ਆਪਾਂ ਨੂੰ ਵੇਜਿਸ ਦੇਣੀ ਪਏਗੀ, ਉਹਨਾਂ 'ਤੇ ਆਪ ਨੂੰ ਕੀ ਹੈ ਟਾਈਮ ਵੀ ਜ਼ਿਆਦਾ ਲੱਗੇਗਾ, ਟਾਈਮ ਕੰਜ਼ਿਊਮਿੰਗ ਜ਼ਿਆਦਾ ਹੋਏਗਾ ਨਾ। ਤਾਂ ਸੈਕੰਡਰੀ ਡਾਟਾ ਕੀ ਹੈ ਉਹ ਤਾਂ ਤਿਆਰ ਕੀਤਾ ਪਿਆ ਵਾ, ਆਪਾਂ ਸਿਰਫ ਯੂਜ਼ ਕਰਨਾ ਆਪਣੇ ਪਰਪਸ ਦੇ ਅਕੋਰਡਿੰਗ, ਤਾਂ ਉਹਦੀ ਕੋਸਟ ਕੀ ਹੈ ਪ੍ਰਾਇਮਰੀ ਡਾਟੇ ਦੇ ਨਾਲੋਂ ਕੀ ਹੈ ਘੱਟ ਹੁੰਦੀ ਹੈ। ਕਲੀਅਰ ਹੋ ਗਏ ਤਿੰਨੇ ਪੁਆਇੰਟਸ। ਡਿਫਰੈਂਸਿਸ ਇਨ ਓਰੀਜਨੈਲਿਟੀ ਯਾਨੀ ਕਿ ਇਹਨੂੰ ਫਸਟ ਹੈਂਡ ਡਾਟਾ ਬੋਲਦੇ ਨੇ, ਸੈਕੰਡਰੀ ਨੂੰ ਸੈਕਿੰਡ ਹੈਂਡ ਡਾਟਾ ਬੋਲਦੇ ਨੇ। ਡਿਫਰੈਂਸਿਸ ਇਨ ਦਾ ਸੂਟੇਬਿਲਿਟੀ ਆਫ ਓਬਜੈਕਟਿਵ ਦੀ ਸੂਟੇਬਿਲਿਟੀ ਦੇ ਥੋੜ੍ਹਾ ਬਹੁਤ ਡਿਫਰੈਂਸਿਸ ਹੋ ਸਕਦਾ, ਜਿਹਦੇ ਵਿੱਚ ਆਪਾਂ ਥੋੜ੍ਹਾ ਬਹੁਤ ਚੇਂਜਸ ਕਰਨਾ ਪਏਗਾ ਆਪਣੇ ਪਰਪਸ ਦੇ ਅਕੋਰਡਿੰਗ। ਪ੍ਰਾਇਮਰੀ ਦੇ ਵਿੱਚ ਚੇਂਜਸ ਨਹੀਂ ਕਰਨੇ ਪੈਣਗੇ, ਲੇਕਿਨ ਸੈਕੰਡਰੀ ਦੇ ਵਿੱਚ ਆਪਾਂ ਨੂੰ ਆਪਣੇ ਪਰਪਸ ਦੇ ਅਕੋਰਡਿੰਗ ਥੋੜ੍ਹਾ ਬਹੁਤ ਚੇਂਜ ਕਰਨਾ ਪਏਗਾ।
डिफरेंसिस द कॉस्ट ऑफ कलैक्शन, प्राइमरी डाटा की कॉस्ट की है ज़्यादा होंगी है सैकेंडरी डाटे नालों। क्लीयर। कल हुण आपां इन्हां दे मैथड पढ़ांगे कि प्राइमरी डाटे के अंदर किहड़े मैथड आउंदे ने, सैकेंडरी डाटे के अंदर मैथड किहड़े आउंदे ने। आपां कहने फर्स्ट हैंड डाटा वै ये आपां खुद तो इकट्ठा करना है, आपां किवें खुद तो इकट्ठा करदे हां, ये मैथड्स ने बहुत ईजी मैथड ने, ठीक है। वैरी वैरी इंपॉर्टेंट क्वेश्चन भी है ये क्वेश्चन क्योंकि बहुत ईजी भी हुंदा वै, सब नूं आंदा हुंदा वै चाहे, इसलिए क्वेश्चन मोस्टली पेपर दे विच आ ही जांदा हुंदा है। क्लीयर। ओके, मैनूं आई होप तुहानूं समझ आ गई होएगी कि प्राइमरी डाटा ते सैकेंडरी डाटा की है।